ਬਾਬੂ ਬਜਰੰਗੀ ਸੀ ਜਿਹਨੇ ਔਨ ਰਿਕਾਰਡ ਨੈੱਟ 'ਤੇ ਆ ਕੇ ਕਿਹਾ ਵੀ ਅਸੀਂ ਗਰਭਵਤੀ ਔਰਤਾਂ ਦੇ ਢਿੱਡ ਪਾੜ ਕੇ ਅਸੀਂ ਇਹ ਬੱਚੇ ਪਟਕਾ ਕੇ ਮਾਰੇ ਨੇ। ਉਹਨੂੰ ਜ਼ਮਾਨਤਾਂ ਦਿੱਤੀਆਂ ਗਈਆਂ ਨੇ ਵੀ ਕਦੇ ਅੱਖ ਦਾ ਉਹਨੇ ਇਲਾਜ ਕਰਾਉਣਾ, ਕਦੇ ਕੁਛ ਕਰਾਉਣਾ। ਪਹਿਲਾਂ ਦੰਗਿਆਂ ਦਾ ਇਤਿਹਾਸ ਰਿਹਾ, ਕਤਲੇਆਮ ਦਾ ਇਤਿਹਾਸ ਰਿਹਾ, ਪਹਿਲਾਂ ਵੀ ਸਰਕਾਰਾਂ ਦੋਸ਼ੀਆਂ ਨੂੰ ਛੱਡਦੀਆਂ ਰਹੀਆਂ ਨੇ, ਪਰ 15 ਅਗਸਤ ਵਾਲੇ ਦਿਨ ਉਹਨਾਂ ਨੂੰ ਛੱਡਣਾ ਇਹ ਨੀਤੀਗਤ ਤੌਰ ਦੇ ਉੱਤੇ ਸਬਕ ਸਿਖਾਉਣ ਦੇ ਮਕਸਦ ਦੇ ਨਾਲ ਮਲੇਸ਼ੀਆ ਜਾਂ ਦਸਤਿਆਂ ਵੱਲੋਂ ਇਹੋ ਜਿਹੀ ਹਿੰਸਾ ਦੇ ਰਚਾਉਣ ਦਾ ਇਤਿਹਾਸ, ਚਾਹੇ ਉਹ ਦਲਿਤਾਂ ਖਿਲਾਫ ਹੋਵੇ, ਕਬਾਇਲੀਆਂ ਖਿਲਾਫ ਹੋਵੇ, ਆਮ ਗਰੀਬ ਜਨਤਾ ਖਿਲਾਫ ਹੋਵੇ ਤੇ ਜਾਂ ਕੌਮੀਅਤਾਂ ਖਿਲਾਫ ਹੋਵੇ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਇੱਕ ਸੋਚਿਆ ਸਮਝਿਆ ਸੰਦੇਸ਼ ਹੈ ਵੀ ਹਾਂ ਅਸੀਂ ਕਰਾਂਗੇ। ਉਹਦੇ ਪਿੱਛੇ ਇੱਕ ਮਕਸਦ ਹੈ। ਨਾ ਸਿਰਫ ਇਹ ਦੋਸ਼ੀ ਛੱਡੇ ਗਏ ਨੇ, ਜਿਹੜੇ ਕੋਰਟ ਨੇ ਸਿੱਧ ਕੀਤੇ ਨੇ, ਜਿਹਨਾਂ ਨੇ ਬੰਦੇ ਮਾਰੇ ਨੇ, ਬਲਾਤਕਾਰ ਕੀਤੇ ਨੇ, ਉਹਨਾਂ ਦਾ ਜੇਲ੍ਹ ਨਿਕਲਣ 'ਤੇ ਮੱਥਿਆਂ 'ਤੇ ਉਹਨਾਂ ਦੇ ਤਿਲਕ ਲਗਾ ਕੇ ਜਾਂ ਹੋਰ ਉਹਨਾਂ ਦਾ ਸਵਾਗਤ ਕੀਤਾ ਗਿਆ। ਮਤਲਬ ਇਹਦਾ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ ਵੀ ਜਿੱਥੇ ਐਡੇ 7 ਕਤਲਾਂ ਦੇ ਵਿੱਚ ਬੰਦੇ ਹੋਣ, ਬਲਾਤਕਾਰ ਦੇ ਜੁਰਮ ਹੋਣ, ਗੈਂਗਰੇਪ ਹੋਵੇ, ਐਡੇ ਬੜੇ ਹੀਨਸ ਕ੍ਰਾਈਮ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਇਹੋ ਜਿਹੀਆਂ ਰਹਿਤਾਂ ਨਹੀਂ ਮਿਲਦੀਆਂ। ਜਦੋਂ ਭਾਰਤ ਦੇਸ਼ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ, ਸਾਰੇ ਪਾਸੇ ਢੋਲ ਢਮੱਕੇ ਤੇ ਸ਼ੋਰ ਸ਼ਰਾਬਾ ਚੱਲ ਰਿਹਾ ਸੀ, ਤਾਂ ਉਸ ਸ਼ੋਰ ਸ਼ਰਾਬੇ ਦੇ ਪਿੱਛੇ ਇੱਕ ਘਟਨਾ ਵਾਪਰਦੀ ਆ। ਬਿਲਕਿਸ ਬਾਨੋ ਦਾ ਜੋ ਰੇਪ ਕੇਸ ਹੋਇਆ ਸੀਗਾ 2002 ਗੁਜਰਾਤ ਦੰਗਿਆਂ ਦੌਰਾਨ, ਉਸ ਦੇ 11 ਮੁਜਰਮਾਂ ਨੂੰ, ਸਜ਼ਾ ਯਾਫਤਾ ਮੁਜਰਮਾਂ ਨੂੰ ਰਿਹਾ ਕਰ ਦਿੱਤਾ ਗਿਆ। ਗੁਜਰਾਤ ਸਰਕਾਰ ਵੱਲੋਂ ਉਹਨਾਂ ਨੂੰ ਛੱਡ ਦਿੱਤਾ ਗਿਆ। ਕੋਰਟ ਵੱਲੋਂ ਹੁਕਮ ਆਉਂਦੇ ਨੇ, ਉਹ ਬਾਹਰ ਆਉਂਦੇ ਨੇ ਤੇ ਬਹੁਤ ਉਹਨਾਂ ਦਾ ਸਵਾਗਤ ਕੀਤਾ ਜਾਂਦਾ। ਇਹ ਸਾਰੀ ਘਟਨਾ ਕਿਉਂ ਵਾਪਰੀ ਆ, ਕੀ ਸੰਕੇਤ ਦਿੰਦੀ ਆ, ਸਰਕਾਰ ਦੀ ਇਹਦੇ ਪਿੱਛੇ ਕੀ ਪਾਲਿਸੀ ਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਜਮਹੂਰੀ ਹੱਕਾਂ ਦੇ ਕਾਰਕੁਨ ਨੇ ਐਡਵੋਕੇਟ ਸੁਦੀਪ ਸਿੰਘ ਜੀ। ਸਰ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੇ ਜੀ ਕਿ ਜੋ ਬਿਲਕਿਸ ਬਾਨੋ ਦਾ ਜੋ ਇਹ ਕੇਸ ਹੋਇਆ ਸੀਗਾ, ਇਹ ਕੀ ਜੁਰਮ ਹੋਇਆ ਸੀਗਾ? 2002 ਦੇ ਵਿੱਚ ਗੁਜਰਾਤ ਦੇ ਵਿੱਚ ਮੁਸਲਮਾਨਾਂ ਦਾ ਇੱਕ ਕਤਲੇਆਮ ਹੋਇਆ ਸੀਗਾ। ਉਸ ਦੇ ਵਿੱਚ ਥਾਂ ਥਾਂ 'ਤੇ ਮਤਲਬ ਜਿਹੜੇ ਫਸਾਦੀ ਸੀਗੇ ਉਹਨਾਂ ਨੇ ਮੁਸਲਮਾਨ ਫੈਮਲੀਆਂ, ਉਹਨਾਂ ਦਾ ਕਤਲ ਹੋਏ, ਲੜਕੀਆਂ ਨਾਲ ਰੇਪ ਵਗੈਰਾ ਹੋਏ। ਤਾਂ ਜਿਹੜੀ ਇਹ ਬਿਲਕਿਸ ਬਾਨੋ ਦਾ ਪਰਿਵਾਰ ਸੀਗਾ, ਇਹ ਦੰਗਈਆਂ ਤੋਂ ਬਚਣ ਵਾਸਤੇ ਇਹ ਇੱਕ ਗੱਡੀ ਦੇ ਵਿੱਚ ਕਿਤੇ ਮਤਲਬ ਜਾ ਰਹੇ ਸੀਗੇ ਉਸ ਥਾਂ ਤੋਂ, ਅਤੇ ਦੰਗਈਆਂ ਨੇ ਇਹਨਾਂ ਨੂੰ ਘੇਰ ਲਿਆ ਔਰ ਬਿਲਕਿਸ ਬਾਨੋ ਦੇ ਸਾਹਮਣੇ ਇਹਦੇ ਸਾਰਾ ਪਰਿਵਾਰ 7 ਜੀ ਕਤਲ ਕੀਤੇ। ਇਹ ਆਪ ਉਦੋਂ ਗਰਭਵਤੀ ਸੀ, ਇਹਦੇ ਨਾਲ ਸਮੂਹਕ ਬਲਾਤਕਾਰ ਹੋਇਆ। ਇਹਦੀ 3 ਸਾਲਾਂ ਦੀ ਬੱਚੀ ਸੀ, ਉਹ ਪਟਕਾ ਕੇ ਮਾਰਤੀ। ਇਹਨਾਂ ਦੇ ਪਰਿਵਾਰ ਦੀਆਂ ਹੋਰ ਫੀਮੇਲ ਮੈਂਬਰਸ ਦੇ ਨਾਲ ਵੀ ਬਲਾਤਕਾਰ ਹੋਇਆ। ਅਤੇ ਇਹੋ ਜਿਹੀ ਘਟਨਾਵਾਂ ਗੁਜਰਾਤ 'ਚ ਬਹੁਤ ਵੱਡੀ ਪੱਧਰ 'ਤੇ ਉਦੋਂ ਹੋਈਆਂ। ਤਾਂ ਇਹਨੂੰ ਮਰਿਆ ਸਮਝ ਕੇ ਜਿਹੜੇ ਦੰਗਈ ਸੀ ਛੱਡ ਗਏ। ਇਹਦਾ ਪਤੀ ਉਦੋਂ ਨਾਲ ਨਹੀਂ ਸੀ। ਤਾਂ ਬਾਅਦ ਦੇ ਵਿੱਚ ਇਹਨੇ ਜਦੋਂ ਕਾਨੂੰਨੀ ਚਾਰਜੋਈ ਰੰਭੀ ਹਿੰਮਤ ਕੀਤੀ ਤਾਂ ਪੁਲਿਸ ਨੇ ਜਿਹੜਾ ਉਹ ਸਾਰਾ ਮੈਡੀਕਲ ਐਵੀਡੈਂਸ ਸੀ, ਕਿਉਂਕਿ ਲਾਸ਼ਾਂ ਵਗੈਰਾ ਸਾਰੀਆਂ ਖੁਰਦ-ਬੁਰਦ ਹੋ ਗਈਆਂ ਸੀ, ਜੋ ਕੁਛ ਵੀ ਸੀਗਾ ਉਹ ਮਤਲਬ ਮੈਡੀਕਲ ਐਵੀਡੈਂਸ ਜਾਂ ਹੋਰ ਸਾਰਾ ਜਿਹੜਾ ਸ਼ਹਾਦਤ ਸੀ, ਗਵਾਹੀਆਂ ਸੀ, ਤਾਂ ਉਹ ਖ਼ਤਮ ਕਰਕੇ ਇਹ ਕੇਸ ਕਲੋਜ਼ ਹੋ ਗਿਆ। ਔਰ ਉਸ ਤੋਂ ਬਾਅਦ 'ਚ ਇਹਨੇ ਨੈਸ਼ਨਲ ਜਿਹੜੀ ਕਮਿਸ਼ਨ ਸੀ ਉਹਨੂੰ ਚਿੱਠੀ ਲਿਖੀ ਔਰ ਉਸ ਤੋਂ ਬਾਅਦ ਜੋ ਪ੍ਰੋਸੈਸ ਚੱਲਿਆ ਉਹਦੇ ਅਧੀਨ ਇਹਦੀ ਇਨਕੁਆਇਰੀ CBI ਤੋਂ ਹੋਈ ਔਰ CBI ਤੋਂ ਇਨਕੁਆਇਰੀ ਹੋਣ ਤੋਂ ਬਾਅਦ 'ਚ ਇਹਦੀ ਜਿਹੜੀ ਸਾਰਾ ਕੇਸ ਸੀ ਇਹ ਬੰਬਈ 'ਚ ਚੱਲਿਆ ਔਰ ਉਹਦੇ ਵਿੱਚ ਇਹ ਜਿਹੜੇ ਸਾਰੇ ਦੋਸ਼ ਸਿੱਧ ਹੋਏ, ਕਤਲ, ਬਲਾਤਕਾਰ, ਇਹ ਸਾਰੇ ਦੋਸ਼ ਸਿੱਧ ਹੋ ਕੇ ਜਿਹੜੇ ਦੋਸ਼ੀ ਨੇ 11 ਦੋਸ਼ੀ, ਇਹਨੂੰ ਕੋਰਟ ਨੇ ਇਹਨਾਂ ਨੂੰ ਇਹ ਦੋਸ਼ੀ ਠਹਿਰਾਇਆ ਵੀ ਇਹਨਾਂ ਨੇ ਸਾਰਾ ਕੰਮ ਕੀਤਾ ਔਰ ਇਸ ਤੋਂ ਬਾਅਦ ਇਹਨਾਂ ਨੂੰ ਸਜ਼ਾ ਹੋਈ। ਪਰ ਹੁਣ ਪਿੱਛੇ ਜੇ ਇਹਨਾਂ ਨੇ ਜਦੋਂ 14 ਸਾਲ ਪੂਰੇ ਕਰ ਲਏ ਤਾਂ ਗੁਜਰਾਤ ਸਰਕਾਰ ਨੇ ਵੀ ਇਹਨਾਂ ਨੇ 14 ਸਾਲ ਕੱਟ ਲਏ ਨੇ, ਇਸ ਗੱਲ ਨੂੰ ਕਰਕੇ ਇੱਕ ਆਪਣੇ ਸਰਕਾਰੀ ਫੈਸਲੇ ਦੇ ਅਧੀਨ ਇਹਨਾਂ ਨੂੰ ਜੇਲ੍ਹ 'ਚੋਂ ਰਿਹਾ ਕੀਤਾ। ਪਰ ਇਹ ਮਤਲਬ ਇਹਦਾ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ ਵੀ ਜਿੱਥੇ ਐਡੇ 7 ਕਤਲਾਂ ਦੇ ਵਿੱਚ ਬੰਦੇ ਹੋਣ, ਬਲਾਤਕਾਰ ਦੇ ਜੁਰਮ ਹੋਣ, ਗੈਂਗਰੇਪ ਹੋਵੇ, ਐਡੇ ਬੜੇ ਹੀਨਸ ਕ੍ਰਾਈਮਸ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਇਹੋ ਜਿਹੀਆਂ ਰਹਿਤਾਂ ਨਹੀਂ ਮਿਲਦੀਆਂ। ਜੇਕਰ ਇੰਨਾ ਘਿਨਾਉਣਾ ਜੁਰਮ ਉਹਨਾਂ ਵੱਲੋਂ ਕੀਤਾ ਗਿਆ, ਜਿਵੇਂ ਤੁਸੀਂ ਦੱਸ ਰਹੇ ਹੋ, ਸਾਬਤ ਹੋ ਚੁੱਕਿਆ, ਫਿਰ ਉਹ ਕੀ ਕਾਨੂੰਨੀ ਨੁਕਤਾ ਸੀ ਜਾਂ ਕਿਸ ਤਰੀਕੇ ਦੇ ਨਾਲ ਕਿ ਗੁਜਰਾਤ ਸਰਕਾਰ ਨੇ ਰਿਹਾ ਕੀਤਾ, ਸੁਪਰੀਮ ਕੋਰਟ ਨੇ ਕੀਤਾ, ਉਹ ਰਿਹਾ ਕਿਵੇਂ ਹੋ ਗਏ? ਇਹ ਇੱਕ ਗੁੰਝਲਦਾਰ ਥੋੜ੍ਹੀ ਜਿਹੀ ਕਾਨੂੰਨੀ ਪ੍ਰਕਿਰਿਆ, ਪਰ ਇਹਦੇ ਵਿੱਚ ਇੱਕ 1992 ਦੀ ਪਾਲਿਸੀ ਸੀ। ਸੁਪਰੀਮ ਕੋਰਟ ਨੇ ਦੇ ਵਿੱਚ ਉਹਨਾਂ ਨੇ ਚਾਰਜੋਈ ਕੀਤੀ ਤਾਂ ਇਹਨਾਂ ਨੇ ਮਤਲਬ ਜੋ ਮੁੱਖ ਤੌਰ 'ਤੇ ਇਸ ਦਾ ਗਰਾਊਂਡ ਲਿਆ, ਉਹ ਇਹ ਗਰਾਊਂਡ ਲਿਆ ਵੀ ਇਹਨਾਂ ਨੇ 14 ਸਾਲ ਦਾ ਆਪਦਾ ਜਿਹੜਾ ਹੈਗਾ ਪੂਰਾ ਕਰ ਲਿਆ, ਸਜ਼ਾ ਦਾ ਮੇਜਰ ਪਾਰਟ, ਇਸ ਕਰਕੇ ਇਹਨਾਂ ਨੂੰ ਰਿਹਾ ਕੀਤਾ ਜਾ ਸਕਦਾ। ਪਰ ਯਾਨੀ ਕਿ ਜਿਹੜੀਆਂ ਜੋ ਮਿਸਾਲ ਹੈ, ਜੋ ਕਾਨੂੰਨੀ ਚਲਨ ਆਮ ਤੌਰ 'ਤੇ, ਉਹ ਚਲਨ ਇਹ ਹੈ ਵੀ ਇੱਕ ਤਾਂ ਮਤਲਬ ਜਿੱਥੇ ਬਲਾਤਕਾਰ, ਕਤਲ ਔਰ ਇਹੋ ਜਿਹੇ ਹੀਨਸ ਕ੍ਰਾਈਮ ਆ ਉਹਨਾਂ ਦੇ ਵਿੱਚ ਇਹ ਰਹਿਤਾਂ ਨਹੀਂ ਮਿਲਦੀਆਂ। ਦੂਸਰਾ, ਗੁਜਰਾਤ ਸਰਕਾਰ ਹੈ ਜਿਹੜੀ, ਇਸ ਦੀ ਜਿਹੜੀ ਪੜਤਾਲ ਸੀ CBI ਨੇ ਕੀਤੀ ਸੀ ਔਰ ਇਹ ਬੰਬਈ ਦੇ ਵਿੱਚ ਇਹਦੀ ਚੱਲੀ ਹੈ। ਤਾਂ ਇਸ ਕੇਸ ਦੇ ਵਿੱਚ ਇੱਕ ਕਾਨੂੰਨੀ ਨੁਕਤਾ ਤਕਨੀਕੀ ਤੌਰ 'ਤੇ ਗੱਲ ਕਰੀਏ ਤਾਂ ਇਹ ਵੀ ਸੀ ਵੀ ਉਹਨਾਂ ਨੂੰ
ਇਹ ਫੈਸਲਾ ਲੈਣ ਤੋਂ ਪਹਿਲਾਂ ਸੈਂਟਰਲ ਗਵਰਨਮੈਂਟ ਦੀ ਪ੍ਰਵਾਨਗੀ ਲੈਣੀ ਬਣਦੀ ਸੀ। ਤਾਂ ਇਹ ਟੈਕਨੀਕਲ ਗੱਲਾਂ ਹੁੰਦੀਆਂ ਨੇ ਸਾਰੀਆਂ। ਮੇਨ ਗੱਲ ਹੁੰਦੀ ਹੈ ਪਾਲਿਸੀ। ਇਹ ਮਹੱਤਵਪੂਰਨ ਪਹਿਲੂ ਹੈ ਜਿਹੜੀ ਇਸ ਵੇਲੇ ਜੁਡੀਸ਼ੀਅਲ ਐਗਜ਼ੈਕਟਿਵ ਪਾਲਿਸੀ ਹੈ, ਪੋਲੀਟੀਕਲ ਪਾਲਿਸੀ ਹੈ। ਜੇ ਅਸੀਂ ਉਹਦੇ 'ਤੇ ਨਜ਼ਰ ਮਾਰੀਏ ਤਾਂ ਇਹ ਪਹਿਲਾ ਮਾਮਲਾ ਨਹੀਂ ਹੈ। ਜਿਹੜਾ ਨਰੋਦਾ ਭਾਟੀਆ ਕਤਲੇਆਮ ਹੋਇਆ ਸੀ ਉਹਨਾਂ ਫਸਾਦਾਂ ਵੇਲੇ, ਉਹਦੇ ਵਿੱਚ ਮਾਇਆ ਕੋਡਨਾਨੀ ਉਹ ਦੋਸ਼ੀ ਸੀ। 97 ਬੰਦੇ ਉਹਦੇ 'ਚ ਮਾਰੇ ਗਏ ਸੀ ਔਰ ਉਸ ਨੂੰ ਮਤਲਬ ਇਹੋ ਜਿਹੀ ਪ੍ਰੋਸੀਕਿਊਸ਼ਨ ਗੁਜਰਾਤ ਸਰਕਾਰ ਨੇ, ਕਿਉਂਕਿ ਗੁਜਰਾਤ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਹੈ, ਤਾਂ ਉਹ ਉਸ ਮੁਕੱਦਮੇ 'ਚੋਂ ਬਰੀ ਹੋ ਗਈ। ਉਹਦੇ ਖਿਲਾਫ ਜਿਹੜੀ ਹੈਗੇ ਪ੍ਰੋਸੀਕਿਊਸ਼ਨ ਅਪੀਲ 'ਚ ਨਹੀਂ ਗਈ। ਤਾਂ ਇਹਦੇ ਤੋਂ ਵੀ ਸਾਫ਼ ਜ਼ਾਹਰ ਹੈ ਬਾਬੂ ਬਜਰੰਗੀ ਸੀ ਜਿਹਨੇ ਔਨ ਰਿਕਾਰਡ ਨੈੱਟ 'ਤੇ ਆ ਕੇ ਕਿਹਾ ਵੀ ਅਸੀਂ ਗਰਭਵਤੀ ਔਰਤਾਂ ਦੇ ਢਿੱਡ ਪਾੜ ਕੇ ਅਸੀਂ ਬੱਚੇ ਪਟਕਾ ਕੇ ਮਾਰੇ ਨੇ। ਉਹਨੂੰ ਜ਼ਮਾਨਤਾਂ ਦਿੱਤੀਆਂ ਗਈਆਂ ਨੇ ਵੀ ਕਦੇ ਅੱਖ ਦਾ ਉਹਨੇ ਇਲਾਜ ਕਰਾਉਣਾ, ਕਦੇ ਕੁਛ ਕਰਾਉਣਾ। ਆ ਪਿੱਛੇ ਜੀ ਇੱਕ ਹੋਰ ਮੁਜਰਮ ਹੈ ਬੀ ਸ਼ਾਹ ਕੋਈ ਇਹੋ ਜਿਹਾ ਉਹਨਾਂ ਦਾ ਨਾਮ ਹੈ, ਮੈਂ ਨਾਮ ਸਕਿਪ ਕਰ ਗਿਆ ਇਸ ਵੇਲੇ। ਅਤੇ ਉਹਨਾਂ ਨੇ 6 ਮਹੀਨੇ ਦੀ ਬੇਲ ਦਿੱਤੀ ਹੈ। 6 ਮਹੀਨੇ ਦਾ ਪੀਰੀਅਡ ਵਾਸਤੇ ਉਹਨਾਂ ਨੂੰ ਬਾਹਰ ਕੀਤਾ ਹੈ ਇਸ ਬਿਨਾਹ ਦੇ ਉੱਤੇ ਵੀ ਇਹਨੇ ਕੋਈ ਰਿਲੀਜੀਅਸ ਧਾਰਮਿਕ ਰਸਮਾਂ ਦੇ ਵਿੱਚ ਹਿੱਸਾ ਲੈਣਾ। ਤਾਂ ਜਿਹੜੇ ਉੱਥੋਂ ਦੇ ਗੁਜਰਾਤ ਦੇ ਫਸਾਦੀਆਂ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਹਿਲੀ ਗੱਲ ਵੱਡੀ ਪੱਧਰ 'ਤੇ FIR ਹੋਈਆਂ ਨਹੀਂ। ਜੇ FIR ਵਗੈਰਾ ਹੋਈਆਂ ਤਾਂ ਉਹ ਕਮਜ਼ੋਰ ਮਤਲਬ ਉਹਨਾਂ 'ਚ ਐਵੀਡੈਂਸ ਦੀ ਭੰਨਤੋੜ ਕੀਤੀ ਗਈ। ਵੱਡੇ ਕਤਲੇਆਮਾਂ 'ਚ ਜਿੱਥੇ ਕਿਤੇ ਸਜ਼ਾਵਾਂ ਮਿਲੀਆਂ ਵੀ ਉੱਥੇ ਉਹਨਾਂ ਦੋਸ਼ੀਆਂ ਨੂੰ ਜ਼ਮਾਨਤਾਂ ਦੇ ਕੇ ਵੱਡਾ ਅਰਸਾ ਬਾਹਰ ਰੱਖਿਆ ਜਾਂਦਾ, ਮੈਡੀਕਲ ਗਰਾਊਂਡ 'ਤੇ ਜਾਂ ਹੋਰ 'ਤੇ, ਜਾਂ ਉਹਨਾਂ ਦੀਆਂ ਸਜ਼ਾਵਾਂ ਦੀਆਂ ਮਾਫੀਆਂ ਕੀਤੀਆਂ ਜਾਂਦੀਆਂ ਨੇ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਮਸਲਾ ਜਿਹੜਾ ਇੱਥੇ ਹੁਣ ਸਾਹਮਣੇ ਆਇਆ ਇਹ ਇਕੱਲਾ ਜੇ ਆਪਾਂ ਇਹਨੂੰ ਬਾਹਰ ਫੈਲਾ ਦਈਏ ਤਾਂ ਇਕੱਲਾ ਮੁਸਲਮਾਨਾਂ ਦੇ ਖਿਲਾਫ ਨਹੀਂ, ਮੁਸਲਮਾਨਾਂ ਦੇ ਖਿਲਾਫ ਤਾਂ ਜੁਡੀਸ਼ੀਅਲ ਪਾਲਿਸੀ ਵਾਂਗੂ ਇਹ ਚੀਜ਼ ਵਾਪਰੀ ਰਹੀ ਹੈ। ਇਹ ਤੋਂ ਪਹਿਲਾਂ ਉੜੀਸਾ ਦੇ ਵਿੱਚ ਜਿਹੜਾ ਗ੍ਰੇਹਮ ਸਟਾਂਸ ਨਾਮ ਦੇ ਈਸਾਈ ਮਿਸ਼ਨਰੀ ਸੀ, ਉਹਦੇ ਪਰਿਵਾਰ ਦੇ 2 ਬੱਚੇ ਸੀ, ਉਹ ਆਪ ਸੀ। ਉਹ ਦਾਰਾ ਸਿੰਘ ਨਾਂ ਦਾ ਬਜਰੰਗ ਦਲ ਦਾ ਇੱਕ ਕਾਰਕੁਨ ਸੀ। ਉਹਨਾਂ ਨੇ ਉਹਨੂੰ ਜਿਉਂਦਾ ਸਾੜਤਾ ਸੀ। ਉਹਨੂੰ ਫਾਂਸੀ ਦੀ ਸਜ਼ਾ ਹੋਈ, ਥੱਲੋਂ ਫਾਂਸੀ ਦੀ ਸਜ਼ਾ ਹੋਈ ਤਾਂ ਉੱਪਰੋਂ ਜਾ ਕੇ ਉਹਦੀ ਸਜ਼ਾ ਕਮਿਊਟ ਹੋ ਗਈ। ਜਦੋਂ ਉਹ ਸੁਪਰੀਮ ਕੋਰਟ 'ਚ ਗਏ ਤਾਂ ਸੁਪਰੀਮ ਕੋਰਟ ਨੇ ਜਿਹੜਾ ਮਿਟੀਗੇਟਿੰਗ ਫੈਕਟਰ ਜਿਹੜਾ ਇਹ ਉਹਦੀ ਜਦੋਂ ਫਾਂਸੀ ਦੀ ਸਜ਼ਾ ਦੀ ਪ੍ਰੋੜਤਾ ਕੀਤੀ ਵੀ ਨਹੀਂ ਹੋਣੀ ਚਾਹੀਦੀ, ਤਾਂ ਉਹਦੇ ਵਿੱਚ ਉਹਨਾਂ ਨੇ ਇਹ ਨੋਟ ਕੀਤਾ ਵੀ ਜਿਹੜੇ ਇਹ ਈਸਾਈ ਮਿਸ਼ਨਰੀ ਮਾਰੇ ਨੇ ਇਹ ਧਰਮ ਪਰਿਵਰਤਨ ਕਰਵਾ ਰਹੇ ਸੀ। ਇਸ ਗੱਲ ਕਰਕੇ ਉਹਨੂੰ ਸਬਕ ਸਿਖਾਉਣ ਦੇ ਮਕਸਦ ਨਾਲ ਕੀਤਾ, ਇਸ ਕਰਕੇ ਫਾਂਸੀ ਦਾ ਹੱਕਦਾਰ ਨਹੀਂ ਹੈ। ਤਾਂ ਮੈਂ ਕਹਿਣਾ ਚਾਹੁੰਦਾ ਵੀ ਜਿਹੜਾ ਇਸ ਕਿਸਮ ਦਾ ਜੁਡੀਸ਼ੀਅਲ ਬਾਇਸ ਆ, ਜੇ ਇਹ ਤੋਂ ਪਹਿਲਾਂ ਗੱਲ ਕਰਨੀ ਹੋਵੇ 1984 ਦੀ ਸਾਡੇ ਕੋਲੇ ਉਦਾਹਰਨ ਹੈ। 1984 ਦੇ ਵਿੱਚ ਜਿਹੜੀ ਉਦੋਂ ਦੀ ਜਦੋਂ ਸਾਰਾ ਘਟਨਾਕ੍ਰਮ ਵਾਪਰਿਆ ਤਾਂ ਉੱਥੋਂ ਦੀ ਇੱਕ ਮਨੁੱਖੀ ਅਧਿਕਾਰਾਂ ਦੀ ਜਿਹੜੀ ਜਥੇਬੰਦੀ ਸੀ ਜਿਹਨੇ ਦੋਸ਼ੀ ਕੌਣ ਕਿਤਾਬ ਵੀ ਬਾਅਦ 'ਚ ਲਿਖੀ ਹੈ, ਉਹ ਵੱਡੀ ਪੱਧਰ 'ਤੇ ਬਲਾਤਕਾਰ ਕਤਲੋਗਰਦ ਜੋ ਵੀ ਹੋਇਆ ਜਿਹੜਾ ਸਾਨੂੰ ਪਤਾ ਹੈ ਉਹਦੇ ਖਿਲਾਫ ਉਹ ਸੁਪਰੀਮ ਕੋਰਟ 'ਚ ਗਏ ਵੀ ਐਡਾ ਵੱਡੀ ਪੱਧਰ 'ਤੇ ਮਿਲੀ ਭੁਗਤ ਨਾਲ ਇਹ ਸਾਰਾ ਕੁਛ ਕਤਲੇਆਮ ਹੋਇਆ ਵੀ ਇਹ ਮਤਲਬ ਆਮ ਜਿਹੜੀ ਆਪਣੀ ਕਾਨੂੰਨੀ ਚਾਰਜੋਈ ਹੈ ਉਹਦੇ ਰਾਹੀਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਣੀਆਂ ਵੀ ਸੁਪਰੀਮ ਕੋਰਟ ਦੇ ਜੱਜ ਉਹਨਾਂ ਦੇ ਨਿਗਰਾਨੀ ਤਹਿਤ ਸਾਰੀ ਪੜਤਾਲੀਆ ਕਾਰਵਾਈ ਚੱਲੇ। ਉਹ ਜਿਹੜੀ ਉਦੋਂ ਦੇ ਚੀਫ ਜਸਟਿਸ ਨੇ ਇਹਦੀ ਸੁਣਵਾਈ ਕੀਤੀ ਆ, ਉਹਨਾਂ ਨੇ ਆਪਦੇ ਕਮੈਂਟਰੀ 'ਚ ਨੋਟ ਕੀਤਾ ਵੀ ਇੱਕ ਮਦਰਲੀ ਫਿਗਰ ਨਾਲ ਇਹ ਹੋਇਆ, ਯਾਨੀ ਕਿ ਇੱਕ ਮਾਤਾਨੁਮਾ ਯਾਨੀ ਕਿ ਸ਼ਖਸੀਅਤ ਨਾਲ ਉਹਨਾਂ ਦਾ ਸੰਕੇਤ ਇੰਦਰਾ ਗਾਂਧੀ ਜੀ ਤੋਂ ਸੀਗਾ। ਅਤੇ ਇਹ ਕਹਿ ਕੇ ਉਹਨਾਂ ਨੇ ਉਹ ਰੱਦ ਕਰਤੀ। ਇਹੀ ਗੱਲ ਦੰਗਾਈਆਂ ਦੀ ਭਾਸ਼ਾ ਸੀਗਾ ਜੋ ਕੁਛ ਹੋ ਰਿਹਾ ਹੈ। ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਇਸ ਤੋਂ ਪਹਿਲਾਂ ਜੇ ਹਾਸ਼ਮਪੁਰਾ ਦੀ ਘਟਨਾ ਯਾਦ ਕਰੀਏ 1987 ਦੇ ਵਿੱਚ ਯੂਪੀ ਦੇ ਵਿੱਚ ਦਰਜਨਾਂ ਜਿਹੜੇ ਮੁਸਲਮਾਨ ਸੀ ਸੁਰੱਖਿਆ ਦਸਤਾਂ ਨੇ ਬਾਹਰ ਜਾ ਕੇ ਫਸਾਦਨੁਮਾ ਹਾਲਤਾਂ ਸੀਗੀਆਂ, ਉਹ ਜਾ ਕੇ ਗੋਲੀਆਂ ਨਾਲ ਤੇ ਕੁਛ ਨਹੀਂ ਹੋਇਆ। ਤਾਂ ਯਾਨੀ ਕਿ ਜਿਹੜਾ ਇਹ ਜਿਹੜੀਆਂ ਘੱਟ ਗਿਣਤੀਆਂ ਦੇ ਖਿਲਾਫ ਜਿਹੜਾ ਇਸ ਕਿਸਮ ਦਾ ਦਵੇਸ਼ ਹੈ ਜਾਂ ਵਿਤਕਰਾ ਹੈ ਇਹ ਪਹਿਲਾਂ ਤੋਂ ਮੌਜੂਦ ਰਿਹਾ ਔਰ ਹੁਣ ਇਹ ਇੱਕ ਲਗਭਗ ਮੁਸਲਮਾਨਾਂ ਖਿਲਾਫ ਤੱਕ ਪਾਲਿਸੀ ਦੇ ਰੂਪ ਦੇ ਵਿੱਚ ਜ਼ਾਹਰ ਹੋ ਰਿਹਾ। ਬਿਲਕੁਲ, ਜਿਹੜੀ ਉਹੀ ਗੱਲ ਮੈਂ ਕਰਨਾ ਚਾਹੁੰਦਾ ਸੀ ਪਾਲਿਸੀ ਲੈਵਲ ਤੇ ਜਿਹੜੀ ਗੱਲ ਆ ਕਿ ਇਹ ਪਹਿਲਾਂ ਦੰਗਿਆਂ ਦਾ ਇਤਿਹਾਸ ਰਿਹਾ, ਕਤਲੇਆਮਾਂ ਦਾ ਇਤਿਹਾਸ ਰਿਹਾ, ਪਹਿਲਾਂ ਵੀ ਸਰਕਾਰਾਂ ਦੋਸ਼ੀਆਂ ਨੂੰ ਛੱਡਦੀਆਂ ਰਹੀਆਂ ਨੇ, ਪਰ 15 ਅਗਸਤ ਵਾਲੇ ਦਿਨ ਉਹਨਾਂ ਨੂੰ ਛੱਡਣਾ ਔਰ ਉਸੇ ਦਿਨ ਜਿਹੜਾ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਉਹ ਲਾਲ ਕਿਲ੍ਹੇ 'ਤੇ ਖੜ੍ਹ ਕੇ ਭਾਸ਼ਣ ਦਿੰਦੇ ਨੇ ਅਤੇ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਦੇ ਨੇ, ਔਰਤਾਂ ਦੇ ਸ਼ਕਤੀਕਰਨ ਦੀ ਗੱਲ ਕਰਦੇ ਨੇ। ਕੀ BJP ਇਸ ਚੀਜ਼ ਨੂੰ ਇੱਕ ਹੋਰ ਲੈਵਲ 'ਤੇ ਲੈ ਕੇ ਜਾ ਰਹੀ ਹੈ? ਦੇਖੋ ਗੱਲ ਇਹ ਹੈ ਵੀ ਕਈ ਵਾਰੀ ਆਪਾਂ ਪ੍ਰਸੰਗ 'ਚ ਗੱਲ ਕਰ ਲਈਏ, ਜਦੋਂ ਆਪਣਾ ਕਸ਼ਮੀਰ ਦੇ ਵਿੱਚ ਕਾਨੂੰਨ ਪੋਸ਼ਪੋਰਾ ਦੇ ਵਿੱਚ ਸੁਰੱਖਿਆ ਦਸਤਾਂ ਨੇ ਸਮੂਹਕ ਬਲਾਤਕਾਰ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ, ਜਦੋਂ ਨਾਰਥ ਈਸਟ ਦੇ ਵਿੱਚ ਔਰਤਾਂ ਨੰਗੀਆਂ ਹੋ ਕੇ ਮੁਜ਼ਾਹਰਾ ਕਰਦੀਆਂ ਨੇ ਵੀ ਸਾਡੇ ਨਾਲ ਫੌਜ ਆ ਕੇ ਇਹ ਕਰੇ ਕਿਉਂਕਿ ਉੱਥੋਂ ਦੇ ਬਲਾਤਕਾਰਾਂ ਦੀ ਸਥਿਤੀ ਨੂੰ ਦਰਸਾਉਣ ਵਾਸਤੇ, ਜਾਂ ਸਾਲਵਾ ਜੋੜਮ ਦੀਆਂ ਕਾਰਵਾਈਆਂ ਹੋਈਆਂ ਜਿਹਦੇ 'ਚ ਪਿੰਡਾਂ ਦੇ ਪਿੰਡ ਉਜਾੜੇ ਗਏ ਅਤੇ ਇਹੋ ਜਿਹੀਆਂ ਘਟਨਾਵਾਂ ਹੋਈਆਂ, ਜਾਂ ਬਿਹਾਰ ਦੇ ਵਿੱਚ 90ਵਿਆਂ ਦੇ ਦਹਾਕੇ ਦੇ ਵਿੱਚ ਲਕਸ਼ਮਣਪੁਰ ਪਾਠੇ ਦੇ ਕਿੰਨੇ ਦਲਿਤਾਂ ਦੇ ਕਤਲੇਆਮ ਹੋਏ, ਕਿੰਨਾ ਕੁਛ ਹੋਇਆ। ਉਹ ਸਾਰੇ ਦੋਸ਼ੀ ਵੀ ਉਹ ਸਾਰੇ ਮੁਕੱਦਮੇ ਵੀ ਰੁਲੇ ਨੇ। ਆ ਪਿੱਛੇ ਜੇ ਹੁਣ ਇਹਨਾਂ ਨੇ ਨਾਰਥ ਈਸਟ ਦੇ ਵਿੱਚ 17 ਸੁਰੱਖਿਆ ਦਸਤਿਆਂ ਨੇ ਜਿਹੜੇ ਸੀਗੇ ਮਾਈਨਰਸ ਮਾਰੇ ਨੇ, ਉਹਨਾਂ ਖਿਲਾਫ FIR ਦਰਜ ਹੋਈ, ਸੁਪਰੀਮ ਕੋਰਟ ਨੇ ਉਹ ਵੀ ਰੋਕਤੀ। ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ
ਮਤਲਬ ਜਿਹੜਾ ਇਹ ਨੀਤੀਗਤ ਤੌਰ ਦੇ ਉੱਤੇ ਸਬਕ ਸਿਖਾਉਣ ਦੇ ਮਕਸਦ ਦੇ ਨਾਲ ਮਲੇਸ਼ੀਆ ਜਾਂ ਦਸਤਿਆਂ ਵੱਲੋਂ ਇਹੋ ਜਿਹੀ ਹਿੰਸਾ ਦੇ ਰਚਾਉਣ ਦਾ ਇਤਿਹਾਸ, ਚਾਹੇ ਉਹ ਦਲਿਤਾਂ ਖਿਲਾਫ ਹੋਵੇ, ਕਬਾਇਲੀਆਂ ਖਿਲਾਫ ਹੋਵੇ, ਆਮ ਗਰੀਬ ਜਨਤਾ ਖਿਲਾਫ ਹੋਵੇ ਤੇ ਜਾਂ ਕੌਮੀਅਤਾਂ ਖਿਲਾਫ ਹੋਵੇ, ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਇਹ ਯਾਨੀ ਕਿ ਇਹ ਲੰਬੇ ਸਮੇਂ ਤੋਂ ਜਾਰੀ ਹੈ। ਇਹਦੀਆਂ ਬਹੁਤ ਸਾਰੀਆਂ ਮਿਸਾਲਾਂ ਨੇ। ਹਾਂ, ਇਹ ਗੱਲ ਬਿਲਕੁਲ ਠੀਕ ਹੈ ਵੀ ਹੁਣ ਇਹ ਪਹਿਲਾਂ ਇਹ ਅਣਕਹੇ ਰੂਪ ਸੀਗਾ, ਹੁਣ ਇਹ ਜਦੋਂ ਤੋਂ CAA ਦੀਆਂ ਜਾਂ ਹੋਰ ਇਹੋ ਜਿਹੇ ਕਾਨੂੰਨ ਆਏ ਨੇ ਜਿਹਦੇ 'ਚੋਂ ਨਾਗਰਿਕਤਾ ਵਿਤਕਰਾ ਕਾਨੂੰਨੀ ਰੂਪ ਦੇ ਵਿੱਚ ਸਾਹਮਣੇ ਆ ਰਿਹਾ ਹੈ, ਤਾਂ ਉਦੋਂ ਇਹ ਲਗਭਗ ਇੱਕ ਖੁੱਲ੍ਹੀ ਇੱਕ ਆਮ ਪ੍ਰਵਾਨਿਤ ਪਾਲਿਸੀ ਵਾਂਗੂ ਵਾਪਰ ਰਿਹਾ। ਤੁਸੀਂ ਬਿਲਕੁਲ ਸਹੀ ਜ਼ਿਕਰ ਕੀਤਾ ਵੀ ਜਿਹੜਾ ਪ੍ਰਧਾਨ ਮੰਤਰੀ ਨੇ 15 ਅਗਸਤ ਦਾ ਦਿਨ ਚੁਣਿਆ, ਉਹ ਇਹ ਐ ਨਹੀਂ ਹੈ ਵੀ ਕੋਈ ਉਹਨਾਂ ਨੇ ਮਤਲਬ ਇਹ ਸੋਚ ਸਮਝ ਕੇ ਇਹ ਕਾਰਵਾਈ ਹੈ। ਜਦੋਂ ਇਹ ਦੋਸ਼ੀ ਛੱਡੇ ਗਏ ਨੇ 15 ਅਗਸਤ ਨੂੰ ਉਹ ਸੋਚ ਸਮਝ ਕੇ ਉਹ ਦਿਨ ਚੁਣਿਆ ਗਿਆ ਛੱਡਣ ਲਈ। ਹਾਂਜੀ, ਇਹ ਇੱਕ ਸੋਚਿਆ ਸਮਝਿਆ ਸੰਦੇਸ਼ ਹੈ ਵੀ ਹਾਂ ਅਸੀਂ ਕਰਾਂਗੇ। ਉਹਦੇ ਪਿੱਛੇ ਇੱਕ ਮਕਸਦ ਹੈ। ਨਾ ਸਿਰਫ ਇਹ ਦੋਸ਼ੀ ਛੱਡੇ ਗਏ ਨੇ, ਜਿਹੜੇ ਕੋਰਟ ਨੇ ਸਿੱਧ ਕੀਤੇ ਨੇ ਵੀ ਇਹਨਾਂ ਨੇ ਬੰਦੇ ਮਾਰੇ ਨੇ, ਬਲਾਤਕਾਰ ਕੀਤੇ ਨੇ, ਉਹਨਾਂ ਦਾ ਜੇਲ੍ਹ ਨਿਕਲਣ 'ਤੇ ਮੱਥਿਆਂ 'ਤੇ ਉਹਨਾਂ ਦੇ ਤਿਲਕ ਲਗਾ ਕੇ ਜਾਂ ਹੋਰ ਉਹਨਾਂ ਦਾ ਸਵਾਗਤ ਕੀਤਾ ਗਿਆ, ਉਹਨਾਂ ਨੂੰ ਨਾਇਕਾ ਵਾਂਗੂ ਉਹਨਾਂ ਦੀ ਆਓ ਭਗਤ ਕੀਤੀ ਗਈ ਹੈ। ਤਾਂ ਇਹ ਇੱਕ ਸਪਸ਼ਟ ਸਿਆਸੀ ਸੰਕੇਤ ਹੈ। ਇਹ ਸੰਕੇਤ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਜਿਹੜਾ ਹੈਗਾ ਇੱਕ ਨਾਗਰਿਕਤਾ ਜਿਹੜੀ CAA ਰਾਹੀਂ ਵੀ ਜ਼ਾਹਰ ਹੋ ਰਹੀ ਸੀ ਵੀ ਇੱਕ ਦੋਮ ਦਰਜੇ ਦੇ ਨਾਗਰਿਕ ਨੇ ਜਿਨ੍ਹਾਂ ਕੋਲੇ ਕੋਈ ਜਾਨ ਮਾਲ ਦੀ ਹਿਫਾਜ਼ਤ ਦਾ, ਇੱਜ਼ਤ ਆਬਰੂ ਦਾ ਉਹਨਾਂ ਦੇ ਕੋਲੇ ਕੋਈ ਅਖਤਿਆਰ ਨਹੀਂ ਹੈ। ਇਹ ਸੰਕੇਤ ਹੈ। ਔਰ ਜਿਹੜੀ ਸਭ ਤੋਂ ਵੱਡੀ ਇਹ ਹੈ ਵੀ ਇੱਕ ਕਿਰਤੀ ਲੋਕਾਂ ਨੂੰ ਜਿਹੜੀ ਪਾੜਨ ਦੀ ਇੱਕ ਨੀਤੀ ਹੈ ਵੀ ਉਹਨਾਂ ਦੇ ਅੰਦਰ ਧਰਮਾਂ ਦੇ ਨਾਮ ਦੇ ਉੱਤੇ ਜਿਹੜਾ ਪਾੜਾ ਚੱਲਦਾ ਰਹੇ। ਇਹੋ ਜਿਹੇ ਜਿਹੜੇ ਨਿਆਇਕ ਫੈਸਲੇ ਨੇ, ਇਹੋ ਜਿਹੇ ਜਿਹੜੇ ਐਗਜ਼ੈਕਟਿਵ ਫੈਸਲੇ ਨੇ, ਇਹੋ ਜਿਹੇ ਜਿਹੜੀ ਉਹ ਨੇ, ਉਹ ਇੱਕ ਫਿਰਕੇ ਨੂੰ ਦੋ ਅੜੜ ਫਿਰਕਿਆਂ ਦੇ ਅੰਦਰ ਜਿਹੜਾ ਫਿਰਕੂ ਪਾੜਾ ਹੈ ਉਹਨੂੰ ਪੱਕਾ ਕਰਨ ਦੀ ਨੀਤੀ ਦੇ ਤਹਿਤ ਕੀਤੇ ਜਾ ਰਹੇ ਨੇ। ਔਰ ਹੁਣ ਇਹਦਾ ਜਿਹੜਾ ਪਸਾਰ ਤੇ ਆਕਾਰ ਹੈ ਬਹੁਤ ਵੱਡਾ ਹੋ ਚੁੱਕਿਆ ਹੈ। ਪਹਿਲਾਂ ਵੀ ਮੌਜੂਦ ਸੀ ਪਰ ਹੁਣ ਇਹ ਮਤਲਬ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਵੀ ਇਹ ਜਿਹੜਾ ਫਿਰਕੂ ਪਾੜਾ ਹੈ, ਇੱਕ ਇਹੋ ਜਿਹੇ ਜਿਹੜੇ ਕਿ ਘ੍ਰਿਣਤ ਅਪਰਾਧਾਂ ਦੇ ਦੋਸ਼ੀਆਂ ਨੂੰ ਇੱਕ ਭਾਈਚਾਰਾ ਤਾਂ ਵਲੂੰਦਰਿਆ ਪਿਆ ਔਰ ਦੂਸਰੇ ਭਾਈਚਾਰੇ ਦੇ ਨਾਮ ਦੇ ਉੱਤੇ ਇਹ ਕੀਤਾ ਜਾ ਰਿਹਾ। ਹਾਲਾਂਕਿ ਉਹ ਭਾਈਚਾਰਾ ਨਹੀਂ ਕਰ ਰਿਹਾ ਪਰ ਉਹਦੇ ਨਾਮ ਦੇ ਉੱਤੇ ਕੀਤਾ ਜਾ ਰਿਹਾ ਹੈ। ਇਹ ਇਸ ਵਾਸਤੇ ਹੈ ਵੀ ਜਿਹੜੇ ਭਾਈਚਾਰੇ ਨੇ ਇੱਥੋਂ ਹਿੰਦੁਸਤਾਨ ਦੇ, ਉਹਨਾਂ ਦੇ ਵਿੱਚ ਇਸ ਕਿਸਮ ਦੀ ਆਪਸ ਦੇ ਵਿੱਚ ਪਾਲਾ ਵਧਿਆ ਰਹੇ, ਇਹੋ ਜਿਹੇ ਤਜਰਬਿਆਂ ਦੇ ਰਾਹੀਂ ਇੱਕ ਦੂਜੇ 'ਚ ਉਹਨਾਂ 'ਤੇ ਪਾਠਕ ਵਧਿਆ ਰਹੇ। ਇਹ ਜਿਹੜੀ ਪਾਲਿਸੀ ਸੀਗੀ ਪਹਿਲਾਂ ਸਿਆਸੀ ਸੀ, ਇਹ ਹੁਣ ਜੁਡੀਸ਼ੀਅਲ ਤੇ ਐਗਜ਼ੈਕਟਿਵ ਫੈਸਲਿਆਂ ਰਾਹੀਂ ਵੀ ਇਹ ਜ਼ਾਹਰ ਹੋ ਰਹੀ ਹੈ। ਅੱਛਾ, ਇਹ ਤਾਂ ਹੈ ਵੀ BJP RSS ਦੀ ਇਹ ਪਾਲਿਸੀ ਆ ਕਿ ਉਹ ਫਿਰਕਿਆਂ ਦੇ ਵਿੱਚ ਫਿਰਕਾ ਪ੍ਰਸਤੀ ਫੈਲਾਉਂਦੀ, ਉਹਨਾਂ ਨੂੰ ਆਪਸ 'ਚ ਲੜਾਉਂਦੀ ਆ, ਪਰ ਜਿਹੜੇ ਭਾਈਚਾਰੇ ਦੇ ਨਾਮ 'ਤੇ ਉਹ ਸਾਰਾ ਕੁਝ ਕਰਦੇ ਆ ਕਿ ਉਹਦੇ ਲਈ ਵੀ ਉਹ ਕੁਝ ਚੰਗਾ ਸੋਚਦੀ ਆ ਜਾਂ ਸਿਰਫ ਉਹਦਾ ਨਾਮ ਹੀ ਵਰਤਦੀ ਆ? ਪਹਿਲੀ ਗੱਲ ਤਾਂ ਜੇ ਆਪਾਂ ਇਸ ਰੂਪ 'ਚ ਗੱਲ ਕਰੀਏ ਤਾਂ ਅੱਜ ਸਾਡੇ ਮੁਲਕ ਦੇ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਨੇ, ਜਿਸ ਤੀਸਰਾ ਸੀਤਲਵਾੜ ਦੀ ਗੱਲ ਕਰੀਏ, ਹਿਮਾਂਸ਼ੂ ਕੁਮਾਰ ਵਰਗੇ ਲੋਕ ਨੇ ਔਰ ਦਰਜਨਾਂ ਬੁੱਧੀਜੀਵੀ ਨੇ ਜਿਹੜੇ ਦਲਿਤਾਂ ਦੀਆਂ, ਕਬਾਇਲੀਆਂ ਦੀਆਂ, ਘੱਟ ਗਿਣਤੀਆਂ ਦੀਆਂ ਜਾਂ ਜਿੱਥੇ ਕਿਤੇ ਵੀ ਕਿਰਤੀ ਲੋਕਾਂ ਨਾਲ ਕਿਤੇ ਵੀ ਜ਼ੁਲਮ ਹੁੰਦਾ ਹੈ, ਉਹ ਇਹ ਆਵਾਜ਼ਾਂ ਉਠਾਉਂਦੇ ਨੇ। ਉਹ ਅੱਜ ਜੇਲ੍ਹਾਂ 'ਚ ਤਾੜੇ ਜਾ ਰਹੇ ਨੇ ਤੇ ਥਾਂ 'ਤੇ ਜਿਹੜੇ ਯਾਨੀ ਕਿ ਜਮਹੂਰੀ ਲੋਕ ਨੇ ਜਾਂ ਜਿਹੜੀਆਂ ਲੋਕਾਂ ਦੀਆਂ ਜਥੇਬੰਦੀਆਂ ਨੇ, ਉਹ ਇਹੋ ਜਿਹੀ ਫਿਰਕੂ ਨੀਤੀ ਦੇ ਖਿਲਾਫ ਹਿੰਦੁਸਤਾਨ ਭਰ 'ਚ ਉਹਦਾ ਡਟ ਕੇ ਵਿਰੋਧ ਕਰ ਰਹੀਆਂ ਨੇ। ਜੇ ਬੁਲਡੋਜ਼ਰ ਚੱਲ ਰਹੇ ਨੇ ਤਾਂ ਬੁਲਡੋਜ਼ਰ ਨੂੰ ਰੋਕਣ ਵਾਲੇ ਲੋਕ ਵੀ ਹੈਗੇ ਨੇ, ਇਹਦਾ ਵਿਰੋਧ ਕਰਨ ਵਾਲੇ ਲੋਕ ਵੀ ਹੈਗੇ ਨੇ। ਪਰ ਜਿਹੜੀ ਇਹ ਹਕੂਮਤ ਹੈ, ਸਾਨੂੰ ਇਹ ਸਮਝਣਾ ਚਾਹੀਦਾ ਵੀ ਜਦੋਂ ਉਹ ਮਤਲਬ ਇਹੋ ਜਿਹੀਆਂ ਫਿਰਕੂ ਨੀਤੀ ਅਪਣਾਉਂਦੀ ਹੈ, ਚਾਹੇ ਉਹ ਨਿਆਇਕ ਪੱਧਰ 'ਤੇ ਹੋਵੇ, ਚਾਹੇ ਸਰਕਾਰੀ ਪੱਧਰ 'ਤੇ ਹੋਵੇ, ਚਾਹੇ ਐਗਜ਼ੈਕਟਿਵ ਪੱਧਰ 'ਤੇ ਹੋਵੇ, ਤਾਂ ਨਾਲ ਦੀ ਨਾਲ ਇੱਕ ਪੂਰਾ ਸੈੱਟ ਹੈ। ਉਹ ਇਹੋ ਜਿਹੇ ਕਾਲੇ ਕਾਨੂੰਨ ਵੀ ਲੈ ਕੇ ਆਈ ਹੈ ਵੀ ਕਿਰਤ ਕਾਨੂੰਨ ਨੇ ਜਿਹੜੇ ਸਾਰੇ ਜਿਹੜੇ ਹੱਕ ਨੇ ਖਤਮ ਕਰ ਦਿਓ, ਜਿਹੜੇ ਉਹ ਖੇਤੀ ਕਾਨੂੰਨ ਸੀ ਉਹ ਖਤਮ ਕਰ ਦਿਓ। ਤਾਂ ਇਹਨਾਂ ਸਿੱਟੇ ਵਜੋਂ ਜਿਹੜੀਆਂ ਸਭ ਤੋਂ ਵੱਧ ਕਿਰਤੀਆਂ ਦੇ ਅਧਿਕਾਰ ਖਤਮ ਹੋ ਰਹੇ ਨੇ, ਭੁੱਖਮਰੀ ਕਾਰਨ ਜਿਹੜੀਆਂ ਸਭ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਉਹ ਕਿੱਥੇ ਕਰ ਰਹੇ ਨੇ? ਸਭ ਤੋਂ ਵੱਧ ਖੁਦਕੁਸ਼ੀ ਕਰਨ ਵਾਲੀ ਜਿਹੜੀ ਬੈਲਟ ਹੈ, ਉਹ ਜੇ ਆਪਾਂ ਕਹੀਏ ਹਿੰਦੂ ਭਾਈਚਾਰੇ ਦੀ ਜਿਹੜੀ ਆਬਾਦੀ ਹੈ, ਕਿਉਂਕਿ ਵੱਡੀ ਗਿਣਤੀ ਆਬਾਦੀ ਉਹ ਹੈ, ਵੱਡੀ ਗਿਣਤੀ 'ਚ ਗਰੀਬ ਵੀ ਉਸ ਆਬਾਦੀ 'ਚੋਂ ਨੇ, ਵੱਡੀ ਗਿਣਤੀ 'ਚ ਜਿਹੜੀਆਂ ਖੁਦਕੁਸ਼ੀਆਂ ਕਿਸਾਨ ਕਰਦੇ ਨੇ ਉਹ ਵੀ ਉਸ ਸੁਭਾਵਿਕ ਤੌਰ 'ਤੇ ਉਸ ਭਾਈਚਾਰੇ ਦੇ ਲੋਕ ਕਰਦੇ ਨੇ। ਤਾਂ ਜਿੱਥੇ ਇੱਕ ਪਾਸੇ ਇਹ ਕਾਨੂੰਨ ਬਣਾਏ ਜਾ ਰਹੇ ਨੇ ਤਾਂ ਇਹਦੇ ਨਾਲ ਹੀ ਦੂਜੇ ਕਾਨੂੰਨ ਵੀ ਬਣ ਰਹੇ ਨੇ ਜਿਹੜੇ ਉੱਡੇ ਹੀ ਮਾਰੂ ਨੇ। ਤਾਂ ਇਹ ਜਿਹੜਾ ਹਮਲਾ ਹੈ, ਇਹ ਹਮਲਾ ਹਿੰਦੁਸਤਾਨ ਦੇ ਕਿਰਤੀ ਲੋਕਾਂ ਤੇ ਹਮਲਾ ਹੈ ਤੇ ਨਿਆਇਕ ਯਾਨੀ ਕਿ ਨੀਤੀ ਵੀ ਉਹਦੇ 'ਚ ਸ਼ਾਮਲ ਹੋ ਚੁੱਕੀ ਹੈ। ਔਰ ਇਹਦੇ ਵਿੱਚ ਕਿਰਤੀ ਲੋਕਾਂ ਦੀ ਤਾਕਤ ਨੂੰ ਵੰਡਣ ਵਾਸਤੇ ਉਹ ਇਹਨੂੰ ਫਿਰਕੂ ਆਧਾਰ ਦੇ ਉੱਤੇ ਕਿਸੇ ਫਿਰਕੇ ਨੂੰ ਚੱਕ ਕੇ ਉਹਨੂੰ ਵੱਧ ਯਾਨੀ ਕਿ ਜ਼ੁਲਮ ਦਾ ਨਿਸ਼ਾਨਾ ਬਣਾਉਂਦੇ ਨੇ। ਪਰ ਜਿਹੜੀ ਇਹ ਕਾਲੀ ਤਾਕਤ ਸਟੇਟ ਅਖਤਿਆਰ ਕਰਦੀ ਹੈ, ਉਹ ਸਾਰੇ ਕਿਰਤੀ ਲੋਕਾਂ ਖਿਲਾਫ ਇਕਸਾਰ ਵਰਤੀ ਜਾ ਰਹੀ ਹੈ। ਇਹਦੀ ਸਭ ਤੋਂ ਵੱਡੀ ਉਦਾਹਰਨ ਮਾਰੂਤੀ ਸੁਜ਼ੂਕੀ ਦਾ ਘੋਲ ਹੈ। ਉਹਦੇ ਵਿੱਚ ਇੱਕ ਹੱਕੀ ਘੋਲ ਸੀਗਾ, ਸਿਰਫ ਯੂਨੀਅਨ ਬਣਾਉਣ ਖਾਤਰ ਲੜ ਰਹੇ ਸੀ
ਮੈਨੇਜਮੈਂਟ ਨੇ, ਇੱਕ ਮਜ਼ਦੂਰ ਪੱਖੀ ਜਾਣੀ ਕਿ ਮੈਨੇਜਰ ਹੈ, ਉਹ ਉਹਨੂੰ ਸ਼ੱਕੀ ਹਾਲਤਾਂ ਦੇ ਵਿੱਚ ਉਹਦਾ ਮਤਲਬ ਮੌਤ ਹੋਈ। ਉਹਦੇ ਵਿੱਚ 100 ਤੋਂ ਉੱਪਰ ਜਿਹੜਾ ਸੀਗਾ ਮਜ਼ਦੂਰ ਯੂਨੀਅਨ ਜਥੇਬੰਦੀ ਦੇ ਬੰਦੇ ਉਹ ਜੇਲ੍ਹਾਂ 'ਚ ਤਾੜੇ ਗਏ। 5 ਸਾਲ ਦੀ ਪ੍ਰਕਿਰਿਆ ਦੇ ਅੰਦਰ ਸਾਰੇ ਬੰਦੇ ਜੇਲ੍ਹ 'ਚ ਰੱਖੇ ਗਏ। ਉਦੋਂ ਬਾਅਦ 'ਚ ਵੱਡੀ ਗਿਣਤੀ 'ਚ ਰਿਹਾ ਹੋਏ ਔਰ ਜਿਹੜੀ ਸਾਰੀ ਲੀਡਰਸ਼ਿਪ ਸੀ ਉਹਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ। ਉੱਥੇ ਆ ਕੋਈ ਗੱਲਾਂ ਨਹੀਂ ਆਉਂਦੀਆਂ। ਉਹ ਜਿਹੜੇ ਸਾਰੇ ਕੋਲ ਨੇ ਆ ਹੁਣ ਜੇ ਆਪਾਂ ਇਹ ਕਹੀਏ ਵੀ ਜਿਹੜੀ ਆਹ ਆਪਣਾ ਫੌਜੀਆਂ ਵਾਲੀ ਆਹ ਜਿਹੜੇ ਸਕੀਮ ਆਈ ਸੀ ਅਗਨੀਵੀਰ ਸਕੀਮ ਸੀਗੀ, ਅਗਨੀਵੀਰ ਦਾ ਜਿਹੜਾ ਸਾਰੇ ਬੇਰੁਜ਼ਗਾਰੀ ਦਾ ਮਸਲਾ ਹੈ, ਬੇਰੁਜ਼ਗਾਰੀ 'ਚ ਇਹ ਥੋੜ੍ਹੀ ਹੈ। ਉੱਥੇ ਪੈਨਸ਼ਨਾਂ, ਲੋਕਾਂ ਦੀਆਂ ਨੌਕਰੀਆਂ ਦੀ ਸੁਰੱਖਿਆ ਉਹ ਸਾਰੇ ਲੋਕਾਂ ਦੀ ਜਾ ਰਹੀ ਹੈ। ਨਿੱਜੀਕਰਨ ਦੇ ਹਮਲਾ ਸਾਰੇ ਲੋਕਾਂ 'ਤੇ ਹੋ ਰਿਹਾ ਹੈ। ਤਾਂ ਸਾਨੂੰ ਮੈਂ ਸਮਝਦਾ ਵੀ ਜਿਹੜਾ ਬਿਲਕਸ ਵਾਲੀ ਘਟਨਾ ਹੈਗੀ ਹੈ ਇਹ ਬਹੁਤ ਸੰਵੇਦਨਸ਼ੀਲ ਹੈ, ਬਹੁਤ ਹਿਰਦੇ ਵੇਦਕ ਹੈ। ਇਸ ਕਰਕੇ ਵੀ ਹਿਰਦੇ ਵੇਦਕ ਹੈ ਵੀ ਇੱਕ ਪਾਸੇ ਅਸੀਂ ਨਿਰਭੈ ਕਾਂਡ ਤੇ ਸਾਰਾ ਹਿੰਦੁਸਤਾਨ ਅਸੀਂ ਸਭ ਨੇ ਰਲ ਕੇ ਵਿਰੋਧ ਕੀਤਾ। ਹੁਣ ਉੱਥੇ ਹੈਦਰਾਬਾਦ ਦੇ ਵਿੱਚ ਜਦੋਂ ਪਿੱਛੇ ਜੇ ਘਟਨਾ ਹੋਈ ਸੀ ਅਸੀਂ ਸਾਰੇ ਲੋਕ ਬੋਲੇ। ਪਹਿਲਾਂ ਉਹ ਜੰਮੂ ਵਾਲੀ ਲੜਕੀ ਸੀ, ਅਸੀਂ ਸਾਰੇ ਲੋਕ ਬੋਲੇ। ਸਾਡੀਆਂ ਬੇਟੀਆਂ ਸੁਰੱਖਿਅਤ ਨਹੀਂ ਰਹਿ ਸਕਦੀਆਂ ਜਦੋਂ ਇਹੋ ਜਿਹੇ ਜਿਹੜੇ ਫਸਾਦੀ ਨੇ, ਜਿਹੜੇ ਬਲਾਤਕਾਰੀਆਂ ਤੇ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ, ਉਹਨਾਂ ਨੂੰ ਖੁੱਲ੍ਹੀ ਛੂਟ ਦਿੱਤੀ ਜਾਂਦੀ ਹੈ। ਉਹ ਜਿਹੜੇ ਇਹੋ ਜਿਹੇ ਮੁਜਰਮ ਲੋਕ ਨੇ ਉਹ ਐਂ ਥੋੜ੍ਹੀ ਆ ਵੀ ਉਹ ਇਕੱਲੇ ਫਿਰਕੂ ਉਹਨਾਂ ਤੱਕ ਹੀ ਸੀਮਿਤ ਰਹਿਣਗੇ। ਜਦੋਂ ਇਹੋ ਜਿਹੇ ਮੁਜਰਮਾਂ ਦੀ ਪਾਲਣਾ ਪੋਸ਼ਣਾ ਹੋ ਰਹੀ ਹੈ ਵੀ ਉਹ ਕਿਸੇ ਨੂੰ ਵੀ ਜਾ ਕੇ ਮਤਲਬ ਕਾਨੂੰਨ ਹੱਥਾਂ 'ਚ ਲੈ ਕੇ ਐਂ ਕਰ ਸਕਦੇ ਨੇ ਔਰ ਮੁੜ ਕੇ ਉਹਨਾਂ ਨੂੰ ਇੰਪਿਊਨਿਟੀ ਹੈ, ਉਹਨਾਂ ਨੂੰ ਸੁਰੱਖਿਆ ਵੀ ਜੋ ਮਰਜ਼ੀ ਕਰੋ, ਤੁਹਾਨੂੰ ਕੋਈ ਕੁਛ ਨਹੀਂ ਹੋਊਗਾ, ਤੁਹਾਨੂੰ ਕਰ ਲਾਂਗੇ, ਤਾਂ ਇਹ ਸਮਾਜ ਔਰਤਾਂ ਵਾਸਤੇ ਸੁਰੱਖਿਅਤ ਨਹੀਂ ਹੋ ਸਕਦਾ। ਮੁੱਖ ਜਿਹੜੀ ਹਿੰਸਾ ਸਾਡੇ ਸਮਾਜ 'ਚ ਔਰਤਾਂ ਖਿਲਾਫ ਵਾਪਰਦੀ ਹੈ ਉਹ ਮੁੱਖ ਉਹ ਹਿੰਸਾ ਹੈ ਜਿਹਨੂੰ ਧਨਾੜ ਤਬਕੇ ਕਰਦੇ ਨੇ, ਵੱਡੀਆਂ ਜਿਹੜੀਆਂ ਭੂਮੀ ਦੀਆਂ ਮਾਲਕ ਜਮਾਤਾਂ ਕਰਦੀਆਂ ਨੇ, ਦਲਿਤ ਔਰਤਾਂ ਨਾਲ ਜੋ ਕੁਛ ਵਾਪਰਦਾ ਹੈ, ਜਾਂ ਧਾਰਮਿਕ ਫਸਾਦਾਂ ਦੇ ਪਰਦੇ ਥੱਲੇ ਹਕੂਮਤ ਦੀ ਇਹੋ ਜਿਹੇ ਥਾਪੜੇ ਦੇ ਨਾਲ ਜੋ ਯਾਨੀ ਕਿ ਮਜ਼ਲੂਮਾਂ ਨਾਲ ਵਾਪਰਦਾ ਹੈ। ਤਾਂ ਜਦ ਤੱਕ ਇਹ ਹਿੰਸਕ ਤਾਕਤ ਮੌਜੂਦ ਹੈ ਸਾਡਾ ਜਿਹੜਾ ਸਮਾਜ ਹੈ ਸੁਰੱਖਿਅਤ ਹੋ ਨਹੀਂ ਸਕਦਾ। ਬਹੁਤ ਧੰਨਵਾਦ। ਸੋ ਇਹ ਸਨ ਐਡਵੋਕੇਟ ਸਤੀਪ ਸਿੰਘ ਜੀ ਜਿਹੜੇ ਕਿ ਜਮਹੂਰੀ ਹੱਕਾਂ ਦੇ ਕਾਰਕੁਨ ਨੇ। ਜਿਹੜੀ ਬਿਲਕਿਸ ਬਾਨੋ ਦੀ ਘਟਨਾ, ਜਿਵੇਂ ਇਹਨਾਂ ਨੇ ਕਿਹਾ ਕਿ ਉਹ ਤਾਂ ਬਹੁਤ ਮੰਦਭਾਗੀ ਘਟਨਾ ਹੈ ਹੀ ਹੈ ਅਤੇ ਉਹਨਾਂ ਦੇ ਦੋਸ਼ੀਆਂ ਨੂੰ ਰਿਹਾ ਕਰਨਾ ਉਸ ਕੇਸ ਦੇ ਵਿੱਚ ਉਹ ਵੀ ਬਹੁਤ ਸ਼ਰਮਨਾਕ ਗੱਲ ਹੈ। ਪਰ ਇਹਦੇ ਨਾਲ ਜਿਹੜੀ ਵੱਡੀ ਤਸਵੀਰ ਹੈ ਉਹ ਵੀ ਸਾਨੂੰ ਵੇਖਣੀ ਚਾਹੀਦੀ ਕਿ ਕਿਵੇਂ ਇੱਕ ਪਾਲਿਸੀ ਦੇ ਤਹਿਤ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨੂੰ, ਦਲਿਤਾਂ ਨੂੰ, ਮੁਸਲਮਾਨਾਂ ਨੂੰ ਉਹਨਾਂ ਨੂੰ ਨਪੀੜਿਆ ਜਾ ਰਿਹਾ ਅਤੇ ਖਾਸ ਕਰਕੇ ਔਰਤਾਂ ਇਸ ਗੱਲ ਦਾ ਬਹੁਤ ਸ਼ਿਕਾਰ ਹੋ ਰਹੀਆਂ ਨੇ। ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ? ਆਪਣੀ ਰਾਏ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ। ਜੁੜੇ ਰਹੋ ਦੁਨੀਆ ਦੇ ਨਾਲ।